ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੰਤਰੀ ਮੰਡਲ ਦਾ ਫੈਸਲਾ, ਪੰਜਾਬ ਵਿੱਚ ਸ਼ਰਾਬ ਹੋਈ ਸਸਤੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਪਹਿਲੀ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਿਹਾ ਜਾ ਰਿਹਾ ਵੀ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਜਿਹੜੀ ਹੈਗੀ ਹੈ ਪਹਿਲਾਂ ਦੇ ਮੁਕਾਬਲੇ ਬਹੁਤ ਸਸਤੀ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਅਵਾ ਹੈ ਵੀ ਕਿ ਇਹ ਸਭ ਕੁਝ ਜਿਹੜਾ ਹੈਗਾ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਕੀਤਾ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਨਵੀਂ ਨੀਤੀ ਲਿਆਈ ਜਾ ਰਹੀ ਹੈ, ਪ੍ਰਵਾਨਗੀ ਦਿੱਤੀ ਗਈ ਹੈ, ਉਹ 'ਚ ਕੀ ਕੁਝ ਬਦਲਾਅ ਕੀਤਾ ਗਿਆ, ਇਸ ਬਾਰੇ ਚਾਨਣਾ ਪਾਓ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਜਿਹੜੀ ਪਹਿਲੀ ਦਫਾ ਜਿਹੜੀ ਨਵੀਂ ਆਬਕਾਰੀ ਨੀਤੀ ਬਣਾਈ ਹੈ, ਜਿਹਨੂੰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ, ਪਤਾ ਲੱਗਿਆ ਕਿ ਉਸ ਦੇ ਵਿੱਚ ਇਸ ਨਵੀਂ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹਨੂੰ ਜਿਹੜੀ ਹਰੀ ਝੰਡੀ ਹੈ ਉਹ ਦੇ ਦਿੱਤੀ ਗਈ ਹੈ। ਇਹ ਐਕਸਾਈਜ਼ ਪਾਲਿਸੀ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਨੁਕਤਿਆਂ ਨੂੰ ਮੁੱਖ ਤੌਰ 'ਤੇ ਜਿਹੜਾ ਫੋਕਸ ਕੀਤਾ ਹੈ। ਇੱਕ ਤਾਂ ਇਹ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਸ਼ਰਾਬ ਹੈ ਜਿਹੜੀ ਉਹ ਮੁਹੱਈਆ ਕਰਾਈ ਜਾਵੇ। ਦੂਸਰਾ ਇਹ ਹੈ ਕਿ ਐਕਸਾਈਜ਼ ਡਿਊਟੀ ਤੋਂ ਵੱਧ ਜਿਹੜਾ ਰੈਵਨਿਊ ਹੈ ਉਹ ਜਨਰੇਟ ਕੀਤਾ ਜਾਵੇ। ਇਹਨਾਂ ਦੋ ਨੁਕਤਿਆਂ ਨੂੰ ਮੁੱਖ ਰੱਖ ਕੇ ਇਹ ਜਿਹੜੀ ਨਵੀਂ ਆਬਕਾਰੀ ਨੀਤੀ ਬਣਾਈ ਗਈ ਹੈ ਔਰ 1 ਜੁਲਾਈ ਤੋਂ ਇਹ ਜਿਹੜੀ ਇੰਪਲੀਮੈਂਟ ਹੋਣੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਸ਼ਰਾਬ ਹੈ ਉਹ ਸਸਤੀ ਮਿਲੇਗੀ ਜੀ। ਔਰ ਟੀਚਾ ਜਿਹੜਾ ਤੈਅ ਕੀਤਾ ਗਿਆ ਹੈ ਉਹ ਹੈ ਕਿ 9600 ਕਰੋੜ ਰੁਪਏ ਦੀ ਜਿਹੜੀ ਆਮਦਨ ਹੈ ਉਹ ਐਕਸਾਈਜ਼ ਡਿਊਟੀ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਹੋਏਗੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਸਸਤੀ ਮਿਲੇਗੀ ਜੀ, ਉਹਦਾ ਭਾਅ ਇੰਨਾ ਕੁ ਤੈਅ ਕੀਤਾ ਜਾਏਗਾ ਕਿ ਉਹ ਹਰਿਆਣਾ ਜਾਂ ਚੰਡੀਗੜ੍ਹ ਦੇ ਬਰਾਬਰ ਦਾ ਹੋਏਗਾ ਜਾਂ ਉਸ ਤੋਂ ਮਾਮੂਲੀ ਘੱਟ ਹੋਏਗਾ ਜੀ। ਆਤਿਸ਼, ਪਿਛਲੇ ਟਾਈਮ 'ਚ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦਾ ਕਾਫੀ ਵੱਡੀ ਪੱਧਰ 'ਤੇ ਰੌਲਾ ਪਿਆ ਸੀ ਅਤੇ ਖਾਸ ਕਰਕੇ ਕੋਵਿਡ ਦੀ ਮਹਾਂਮਾਰੀ ਦੇ ਦੌਰਾਨ ਪੰਜਾਬ ਦੇ ਵਿੱਚ ਇਹ ਵੀ ਇਸ਼ੂ ਬਣਿਆ ਸੀ ਕਿ ਕਾਫੀ ਜਿਹੜੀਆਂ ਇਲੀਗਲ ਸ਼ਰਾਬ ਫੈਕਟਰੀਆਂ ਉਹ ਵੀ ਪੁਲਿਸ ਨੇ ਡਿਟੈਕਟ ਕੀਤੀਆਂ ਸੀ ਅਤੇ ਸਿਆਸਤਦਾਨਾਂ ਦੇ ਨਾਲ ਮਿਲੀ ਭੁਗਤ ਨਾਲ ਬਹੁਤ ਸਾਰੀ ਸ਼ਰਾਬ ਹੈ ਜਿਹੜੀ ਉਹ ਹਰਿਆਣਾ 'ਚੋਂ ਸਮਗਲ ਵੀ ਹੋਈ ਸੀ ਜੀ। ਅਸੀਂ ਇੱਕ ਡਾਟਾ ਪ੍ਰੋਕਿਓਰ ਕੀਤਾ ਸੀ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੈਪਟਨ ਰਾਜ ਦੇ 5 ਵਰ੍ਹਿਆਂ ਦੇ ਦੌਰਾਨ ਹਰਿਆਣਾ 'ਚੋਂ ਜਿਹੜੇ ਮਾਲਵੇ ਦੇ ਹਰਿਆਣੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਹੈਗੇ ਨੇ 5, ਉਹਨਾਂ ਦੇ ਵਿੱਚ ਤਕਰੀਬਨ 15,000 ਤੋਂ ਜ਼ਿਆਦਾ ਪੁਲਿਸ ਕੇਸ ਹੈ ਜਿਹੜੇ ਉਹ ਦਰਜ ਹੋਏ ਸੀ, ਜਿਹੜੇ ਇਲੀਗਲ ਸ਼ਰਾਬ ਦੀ ਤਸਕਰੀ ਦੇ ਨਾਲ ਤਾਲੁਕ ਰੱਖਦੇ ਸੀ। ਬਠਿੰਡਾ ਮਾਨਸਾ ਦੇ ਵਿੱਚ ਅੱਜ ਵੀ ਜਿਹੜੇ ਸਥਾਨਾਂ ਦੇ ਭੰਡਾਰ ਹੈ, ਸਟੋਰ ਹੈ, ਉਹਨਾਂ ਦੇ ਵਿੱਚ ਇਲੀਗਲ ਸ਼ਰਾਬ ਹੈ ਹਰਿਆਣੇ ਦੀ ਪਈ ਹੋਈ ਹੈ ਜੀ। ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਵੀ ਧਿਆਨ 'ਚ ਰੱਖੀ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਤਸਕਰੀ ਹੈ ਉਹ ਰੋਕੀ ਜਾਵੇ, ਕਿਉਂਕਿ ਬਹੁਤ ਸਾਰੀ ਸ਼ਰਾਬ ਹੈ ਜਿਹੜੀ ਚੰਡੀਗੜ੍ਹ ਤੋਂ ਔਰ ਹਰਿਆਣਾ ਤੋਂ ਜਿਹੜੇ ਸਮਗਲਰ ਹੈ ਉਹ ਲੈ ਕੇ ਜਾਂਦੇ। ਲੋਕ ਵੀ ਬਹੁਤ ਵੱਡੀ ਪੱਧਰ 'ਤੇ ਇੱਧਰੋਂ ਜਿਹੜੀ ਸ਼ਰਾਬ ਦੀ ਖਰੀਦ ਕਰਦੇ ਨੇ, ਜਿਹਦਾ ਸਿੱਧਾ ਅਸਰ ਪੰਜਾਬ 'ਚ ਸ਼ਰਾਬ ਦੀ ਸੇਲ 'ਤੇ ਪੈਂਦਾ ਹੈ। ਇੱਕ ਤਾਂ ਇਹ ਹੈ ਕਿ ਤਸਕਰੀ ਨੂੰ ਰੋਕਿਆ ਜਾਵੇ, ਜਿਹੜੀ ਇਲੀਗਲ ਸ਼ਰਾਬ ਹੈ ਜੀ, ਜਾਂ ਆਪਾਂ ਕਹਿ ਲਈਏ ਕਿ ਤਸਕਰਾਂ ਦੀ ਜੇਬ 'ਚ ਜਿਹੜਾ ਪੈਸਾ ਪੈਂਦਾ ਹੈ ਉਹਨੂੰ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਡਾਈਵਰਟ ਕੀਤਾ ਜਾਵੇ। ਇਹ ਕੋਸ਼ਿਸ਼ ਹੈ ਨਵੀਂ ਆਬਕਾਰੀ ਨੀਤੀ ਦੇ ਵਿੱਚ। ਦੂਸਰਾ ਹੈ ਕਿ ਹਰ ਕਿਸਮ ਦੀ ਜਿਹੜੀ ਮੋਨੋਪਲੀ ਹੈ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਉਸ ਨੂੰ ਤੋੜਿਆ ਜਾਵੇ ਔਰ ਉਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕੋਟਾ ਫਿਕਸ ਹੁੰਦਾ ਸੀ ਉਸ ਨੂੰ ਵੀ ਓਪਨ ਕੀਤਾ ਜਾ ਰਿਹਾ ਹੈਗਾ। ਇਹ 3-4 ਗੱਲਾਂ ਜਿਹੜੀਆਂ ਮੁੱਖ ਤੌਰ 'ਤੇ ਨਵੀਂ ਸ਼ਰਾਬ ਨੀਤੀ ਦੇ ਵਿੱਚ ਰੱਖੀਆਂ ਗਈਆਂ ਨੇ। ਇੱਕ ਜਿਸ ਤਰ੍ਹਾਂ ਪਹਿਲਾਂ ਡਰਾ ਕੱਢਿਆ ਜਾਂਦਾ ਸੀਗਾ, ਉਹ ਡਰਾ ਦੀ ਥਾਂ 'ਤੇ ਟੈਂਡਰਿੰਗ ਕੀਤੀ ਜਾਣੀ ਹੈਗੀ ਹੈ। ਗਰੁੱਪ ਹੈ ਜਿਹੜੇ ਉਹ ਵੱਡੇ ਬਣਾਏ ਗਏ ਨੇ, ਉਹਨਾਂ ਦੀ ਅਮਾਊਂਟ ਵੱਡੀ ਰੱਖੀ ਗਈ ਹੈਗੀ ਹੈ। ਇਸ ਤਰ੍ਹਾਂ ਜਿਹੜਾ ਸ਼ਰਾਬ ਦਾ ਜਿਹੜਾ ਮੈਕਸਿਮਮ ਰਿਟੇਲ ਪ੍ਰਾਈਸ ਹੈ ਉਹ ਵੀ ਫਿਕਸ ਕੀਤਾ ਜਾ ਰਿਹਾ। ਸੋ ਨਵੀਂ ਆਬਕਾਰੀ ਪਾਲਿਸੀ ਦੇ ਵਿੱਚ ਟੋਟਲੀ ਧਿਆਨ ਦਿੱਤਾ ਗਿਆ ਰੈਵਨਿਊ 'ਤੇ ਔਰ ਜਿਹੜੀ ਸ਼ਰਾਬ ਦੀ ਤਸਕਰੀ ਹੈ ਉਸ ਨੂੰ ਰੋਕੇ ਜਾਣ 'ਤੇ। ਦੇਖੋ, ਜਿਸ ਤਰ੍ਹਾਂ ਪੰਜਾਬ ਦੇ ਵਿੱਤੀ ਹਾਲਾਤ ਨੇ ਜਾਂ ਵਿੱਤੀ ਸੰਕਟ ਬਣਿਆ ਹੋਇਆ, ਉਹਦੇ ਵਿੱਚ ਆਪਾਂ ਸਰਕਾਰਾਂ ਦੀ ਮਜਬੂਰੀ ਕਹਿ ਲਓ ਜਾਂ ਖਾਸ ਕਰਕੇ GST ਤੋਂ ਬਾਅਦ ਜਿਹੜੀ ਇਨਕਮ ਹੈ, ਜਿਵੇਂ ਡੀਜ਼ਲ 'ਤੇ ਹੋ ਗਈ ਡਿਊਟੀ ਹੋ ਗਈ ਹੈ, ਸ਼ਰਾਬ 'ਤੇ ਡਿਊਟੀ ਹੋ ਗਈ ਹੈ, ਇਹ ਤੋਂ ਮੇਨ ਤੌਰ 'ਤੇ ਜਿਹੜੇ ਸੂਬਿਆਂ ਦੇ ਸਰੋਤ ਹੈ
ਉਹ ਐਕਸਾਈਜ਼ ਵਾਲੇ ਬਣ ਗਏ। ਇਹ ਮੇਨ ਸਰੋਤਾਂ ਦੇ ਵਿੱਚ ਆ ਗਿਆ। ਇਕੱਲੇ ਪੰਜਾਬ ਦੀ ਗੱਲ ਨਾ ਕਰੀਏ, ਆਪਾਂ ਯੂਪੀ ਦੀ ਗੱਲ ਕਰੀਏ, ਉਹਨਾਂ ਦੀ ਵੀ ਐਕਸਾਈਜ਼ ਪਾਲਿਸੀ ਪਿੱਛੇ ਆਈ ਹੈਗੀ ਹੈ, ਮੱਧ ਪ੍ਰਦੇਸ਼ ਦੀ ਆਈ ਹੈ, ਉਹਨਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਹੈਗਾ। ਹਿੰਦੁਸਤਾਨ ਦੇ ਵਿੱਚ ਤਕਰੀਬਨ ਤੁਸੀਂ ਛੱਡ ਦਿਓ 4 ਸੂਬਿਆਂ ਨੂੰ, ਨਾਰਥ ਈਸਟ ਦੇ 2 ਸੂਬੇ ਅਤੇ ਇੱਧਰ ਬਿਹਾਰ ਗੁਜਰਾਤ ਨੂੰ ਆਪਾਂ ਪਾਸੇ ਕਰ ਦਈਏ, ਬਾਕੀ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਮੇਜਰ ਇਨਕਮ ਕਹਿ ਲਈਏ ਜਾਂ ਮੇਨ ਇਨਕਮਾਂ ਦੇ ਵਿੱਚ ਉਹ ਐਕਸਾਈਜ਼ ਡਿਊਟੀ ਤੋਂ ਰੈਵਨਿਊ ਜਨਰੇਟ ਹੁੰਦਾ ਹੈਗਾ। ਯੂਪੀ ਦੇ ਵਿੱਚ ਦੇਖ ਲਓ 25,000 ਕਰੋੜ ਤੋਂ ਉੱਪਰ ਹੈ ਜਿਹੜੀ ਐਨੂਅਲ ਇਨਕਮ ਹੈ ਜਿਹੜੀ ਉਹ ਸ਼ਰਾਬ ਤੋਂ ਹੁੰਦੀ ਹੈ। ਸਾਡੇ ਵੀ ਜਿਹੜੀ ਇਸ ਵਾਰ ਹੈ ਜਿਹੜੀ 9600 ਕਰੋੜ ਦੇ ਕਰੀਬ ਧਿਆਨ 'ਚ ਰੱਖਿਆ ਟੀਚਾ ਮਿਥਿਆ ਗਿਆ ਹੈਗਾ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈਗਾ ਕਿ ਦੇਖੋ 2 ਨੁਕਤੇ ਬਿਲਕੁਲ ਸਾਡੇ ਸਾਹਮਣੇ ਨੇ। ਇੱਕ ਤਾਂ ਇਹ ਹੈ ਕਿ ਸਾਡੇ ਸਟੇਟ ਦੀ ਜਿਹੜੀ ਫਾਈਨੈਂਸ਼ੀਅਲ ਹੈਲਥ ਹੈ ਉਹ ਬੜੀ ਮਾੜੀ ਹੈ, ਉਸ ਨੂੰ ਸੁਧਾਰਿਆ ਜਾਵੇ ਜਾਂ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ। ਤਾਂ ਜਿਹੜੇ ਸਰਕਾਰੀ ਹਲਕੇ ਆ ਉਹਨਾਂ ਦਾ ਤਰਕ ਇਹ ਹੈ ਕਿ ਜਦੋਂ ਸਾਡੇ ਕੋਲੇ ਪੈਸੇ ਹੀ ਨਹੀਂ, ਖਜ਼ਾਨੇ ਸਾਡੇ ਬੋਝੇ ਦੇ ਵਿੱਚ ਪੈਸਾ ਹੀ ਨਹੀਂ ਹੈਗਾ, ਜੇ ਸਾਡੇ ਖਜ਼ਾਨੇ 'ਚ ਪੈਸਾ ਆਏਗਾ ਤਾਂ ਉਹੀ ਪੈਸਾ ਅਸੀਂ ਲੋਕਾਂ ਦੀ ਸਿਹਤ ਜਾਂ ਉਹਨਾਂ ਨੂੰ ਸੁਵਿਧਾਵਾਂ ਦੇਣ 'ਤੇ ਲਾਇਆ ਜਾਏਗਾ। ਤਾਂ ਸਰਕਾਰਾਂ ਇਸ ਨੂੰ ਆਪਣੀ ਮਜਬੂਰੀ ਵੀ ਦੱਸਦੀਆਂ ਨੇ। ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਰੀ ਵੀ ਕਹਿੰਦੇ ਸੀ ਕਿ ਦੂਸਰੀਆਂ ਸਟੇਟਾਂ ਦੀ ਤਰਜ਼ ਦੇ ਪੰਜਾਬ ਦੇ ਵਿੱਚ ਸ਼ਰਾਬ ਦੀ ਕਾਰਪੋਰੇਸ਼ਨ ਬਣਾਈ ਜਾਵੇ, ਉਹ ਤੋਂ ਅਸੀਂ ਇੰਨਾ ਰੈਵਨਿਊ ਜਨਰੇਟ ਕਰ ਸਕਦੇ ਹਾਂ। ਪਰ ਇਹਨਾਂ ਨੇ 30% ਜਿਹੜਾ ਰੈਵਨਿਊ ਵਧਾ ਕੇ ਟੀਚਾ ਮਿਥਿਆ ਹੈਗਾ। ਹੁਣ ਆਪਾਂ ਜੇ ਪਿਛਲਾ ਵੀ ਆਤਿਸ਼ ਦੇਖੀਏ ਤਾਂ ਪੰਜਾਬ ਦੇ ਵਿੱਚ ਸ਼ਰਾਬ ਤਾਂ ਇੱਕ ਤਰ੍ਹਾਂ ਦਾ ਆਪਾਂ ਸ਼ਰਾਬ ਕਹਿ ਲਓ, ਜਿਹੜਾ ਪੋਪੀ ਹਸ ਕਹਿ ਲਓ ਜਾਂ ਅਫੀਮ ਕਹਿ ਲਓ, ਇਹ ਪੰਜਾਬ ਦੇ ਇੱਕ ਟਰਡੀਸ਼ਨਲ ਨਸ਼ੇ ਨੇ। ਠੀਕ ਹੈ, ਜਿਹੜੇ ਮਾਡਰਨ ਨਸ਼ੇ ਨੇ ਜਿਹਦੇ 'ਚ ਸਮੈਕ ਆ ਗਿਆ, ਹੈਰੋਇਨ ਆ ਗਈ, ਤਾਂ ਉਹਦੇ ਨਾਲ ਜਿਵੇਂ ਚਿੱਟੇ ਦੀ ਗੱਲ ਕਰਦੇ ਹਾਂ, ਉਹ ਜ਼ਿਆਦਾ ਖਤਰਨਾਕ ਨਸ਼ੇ ਨੇ। ਦੇਖੋ ਨਸ਼ਾ ਤਾਂ ਕੋਈ ਵੀ ਮਾੜਾ ਹੁੰਦਾ, ਕਿਸੇ ਵੀ ਕਿਸਮ ਦਾ ਨਸ਼ਾ ਹੈਗਾ, ਪਰ ਇਹਦੇ ਵਿੱਚ ਜਿਹੜੇ ਸ਼ਰਾਬ ਹੈ ਆਪਾਂ ਕੋਈ ਦੀ ਤਰਫਦਾਰੀ ਨਹੀਂ ਕਰਦੇ ਕਿ ਨਸ਼ਿਆਂ ਦਾ ਪਸਾਰ ਹੋਣਾ ਚਾਹੀਦਾ, ਪਰ ਸਾਰੀਆਂ ਸਰਕਾਰਾਂ ਦੀ ਹੁਣ ਮਜਬੂਰੀ ਬਣ ਗਈ ਹੈ, ਇਸ ਨੂੰ ਲੀਗਲਾਈਜ਼ ਕੀਤਾ ਹੈਗਾ। ਤਾਂ ਲੀਗਲ ਤਰੀਕੇ ਨਾਲ ਜਿਹੜੀ ਚੀਜ਼ ਆ ਰਹੀ ਹੈ ਸਾਡੇ, ਤਾਂ ਉਸ ਨੂੰ ਉਸ ਤਰ੍ਹਾਂ ਕੰਡਮ ਨਹੀਂ ਕਰ ਸਕਦੇ। ਇਹ ਕਹਿ ਸਕਦੇ ਹਾਂ ਕਿ ਅਖਲਾਕੀ ਤੌਰ 'ਤੇ ਇਹ ਚੀਜ਼ ਠੀਕ ਨਹੀਂ। ਹੁਣ ਬਹੁਤੇ ਤਾਂ ਇਹ ਵੀ ਤਰਕ ਦੇਣਗੇ ਕਿ ਜੇ ਸਸਤੀ ਹੋ ਗਈ ਹੈ ਤਾਂ ਲੋਕ ਦੇ ਜਿਹੜੇ ਪੰਜਾਬ ਦੇ ਲੋਕ ਹੈ ਉਹ ਹੋਰ ਨਸ਼ੇੜੀ ਬਣ ਜਾਣਗੇ ਜਾਂ ਹੋਰ ਪਿਆਕੜ ਬਣ ਜਾਣਗੇ। ਹੁਣ ਆਪਾਂ ਪਿਛਲੀਆਂ ਸਰਕਾਰਾਂ ਦਾ ਹਿਸਾਬ ਕਿਤਾਬ ਵੀ ਦੇਖੀ ਆਤਿਸ਼, ਤਾਂ 2002 ਤੋਂ ਲੈ ਕੇ 2022 ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਿਛਲੇ 20 ਸਾਲਾਂ ਦੀ, ਤਾਂ ਪੰਜਾਬ ਦੇ ਵਿੱਚ 64,000 ਕਰੋੜ ਰੁਪਏ ਦੀ ਸ਼ਰਾਬ ਹੈ ਜਿਹੜੀ ਉਹ ਲੋਕ ਇਹਨਾਂ 20 ਵਰਿਆਂ ਦੇ ਵਿੱਚ ਪੀ ਗਏ ਹੈਗੇ ਨੇ। ਠੀਕ ਹੈ, ਜਿਹੜੀ ਇਲੀਗਲ ਸ਼ਰਾਬ ਹੈ ਜਾਂ ਘਰਾਂ ਦੇ ਵਿੱਚ ਲੋਕ ਆਪਣੇ ਕੱਢਦੇ ਨੇ, ਖੇਤਾਂ ਦੇ ਵਿੱਚ ਕੱਢਦੇ, ਜਿਹਨੂੰ ਆਪਾਂ ਦੇਸੀ ਸ਼ਰਾਬ ਕਹਿ ਦਿੰਦੇ ਹਾਂ, ਉਹ ਵੱਖਰੀ ਹੈਗੀ, ਜਿਹੜੀ ਹਰਿਆਣੇ ਤੋਂ ਆਈ, ਚੰਡੀਗੜ੍ਹ ਤੋਂ ਆਈ, ਇਸ ਕਿਸਮ ਦੀਆਂ, ਉਹਨਾਂ ਦਾ ਜਿਹੜਾ ਅੰਕੜਾ ਵੱਖਰਾ ਹੈ। ਪਰ ਇਹ 20 ਵਰਿਆਂ ਦੇ ਵਿੱਚ 64,000 ਕਰੋੜ ਰੁਪਏ ਦੀ ਸ਼ਰਾਬ ਹੈ ਜਿਹੜੀ ਉਹ ਪੰਜਾਬ ਦੇ ਲੋਕ ਪੀ ਗਏ ਨੇ। ਹੁਣ ਜਦੋਂ ਆਪਾਂ ਟਰਮ ਵਾਈਜ਼ ਦੇਖੀਏ, ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ 2002 ਦੇ ਵਿੱਚ ਔਰ 2007 ਤੱਕ ਰਹੇ ਸੀ, ਤਾਂ ਉਹਨਾਂ 5 ਵਰਿਆਂ ਦਾ ਜਦੋਂ ਔਸਤਨ ਕੱਢਦੇ ਆ ਤਾਂ ਉਦੋਂ ਪੰਜਾਬ ਦੇ ਲੋਕ ਡੇਲੀ 4 ਕਰੋੜ ਰੁਪਇਆ ਸ਼ਰਾਬ ਦੀ ਵਰਤੋਂ 'ਤੇ ਜਿਹੜਾ ਖਰਚ ਕਰਦੇ ਸੀਗੇ। ਉਸ ਤੋਂ ਬਾਅਦ ਗੱਠਜੋੜ ਦੀ ਸਰਕਾਰ ਆਉਂਦੀ 2007 ਤੋਂ ਲੈ ਕੇ 12 ਤੱਕ, ਤਾਂ ਇਹੀ ਜਿਹੜਾ ਪੈਸਾ ਹੈਗਾ ਉਹ 6 ਕਰੋੜ ਚਲਾ ਜਾਂਦਾ ਹੈਗਾ, 6 ਕਰੋੜ ਡੇਲੀ। ਤਾਂ ਉਸ ਤੋਂ ਬਾਅਦ ਜੋ ਸੈਕੰਡ ਪਾਰੀ ਦੇ ਵਿੱਚ ਆਉਂਦੇ ਆ 12 ਤੋਂ ਲੈ ਕੇ 17 ਤੱਕ, ਤਾਂ ਇਹ ਪੈਸਾ ਜਿਹੜਾ ਹੈਗਾ 9 ਕਰੋੜ ਦੇ 9.25 ਕਰੋੜ ਦੇ ਕਰੀਬ ਹੈ ਜਿਹੜਾ ਪਹੁੰਚ ਜਾਂਦਾ ਹੈਗਾ। ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸੀ, ਜਦੋਂ ਅਸੀਂ ਉਹਨਾਂ 5 ਵਰਿਆਂ ਦੀ ਔਸਤਨ ਕੱਢਦੇ ਹਾਂ ਸ਼ਰਾਬ ਦੇ ਰੈਵਨਿਊ ਦੀ, ਤਾਂ ਉਹ ਅੰਕੜਾ ਪੌਣੇ 16 ਕਰੋੜ ਰੁਪਈਆ ਡੇਲੀ ਦਾ ਚਲਾ ਜਾਂਦਾ ਹੈਗਾ। ਜਿਸ ਤਰ੍ਹਾਂ ਹੁਣ ਨਵੀਂ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਲਿਆਂਦੀ ਔਰ ਟੀਚਾ ਤੈਅ ਕੀਤਾ 9600 ਕਰੋੜ ਰੁਪਏ ਦਾ, ਤਾਂ ਜੇ ਇਸੇ ਲਿਹਾਜ਼ ਨਾਲ ਇਹ ਗੱਲ ਸਿਰੇ ਲੱਗਦੀ ਹੈਗੀ ਹੈ ਤਾਂ ਪੰਜਾਬ ਦੇ ਵਿੱਚ ਡੇਲੀ 26 ਕਰੋੜ ਰੁਪਏ ਦੀ 26 ਕਰੋੜ ਰੁਪਏ ਦੀ ਡੇਲੀ ਕੰਜ਼ੰਪਸ਼ਨ ਹੈ ਜਿਹੜੀ ਉਹ ਸ਼ਰਾਬ ਦੀ ਹੋਇਆ ਕਰੇਗੀ। ਹੁਣ ਦੇਖਣ ਨੂੰ ਤਾਂ ਅੰਕੜਾ ਇਹ ਬੜਾ ਡਰਾਵਣਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਪੰਜਾਬ ਦੀ ਸਿਚੁਏਸ਼ਨ ਆਰਥਿਕ ਫਰੰਟ 'ਤੇ ਬਣੀ ਹੋਈ ਹੈ, ਇਹ ਬਹੁਤ ਮਾੜੀ ਗੱਲ ਹੈਗੀ ਹੈ। ਪੰਜਾਬ ਦੇ ਵਿੱਚ ਤਾਂ ਮਤਲਬ ਪਿਛਲੇ ਟਾਈਮ ਤੋਂ ਤਾਂ ਆਪਾਂ ਇਹ ਵੀ ਕਿਹਾ ਜਾਂਦਾ ਹੈਗਾ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਪੀਣ ਲਈ ਸ਼ੁੱਧ ਪਾਣੀ ਮਿਲੇ ਚਾਹੇ ਨਾ ਮਿਲੇ, ਪਰ ਠੰਡੀ ਬੀਅਰ ਤੁਹਾਨੂੰ ਹਰ ਪਿੰਡ ਦੇ ਵਿੱਚ ਮਿਲਣ ਲੱਗ ਗਈ। ਈਵਨ ਜਿਹੜੇ ਰਿਮੋਟ ਦੇ ਪਿੰਡ ਹੈ ਉੱਥੇ ਵੀ ਤੁਹਾਨੂੰ ਠੰਡੀ ਬੀਅਰ ਜਿਹੜੀ ਅਵੇਲੇਬਲ ਹੋ ਗਈ ਹੈ। ਅਤੇ ਠੇਕੇ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਦੇ ਸ਼ੋਅਰੂਮ ਉਹਨਾਂ ਦੇ ਬਣੇ ਹੈ, ਸਜਾਵਟਾਂ ਹੋਈਆਂ ਨੇ, ਤਾਂ ਉੱਧਰ ਤਾਂ ਧਿਆਨ ਜ਼ਿਆਦਾ ਦਿੱਤਾ ਜਾ ਰਿਹਾ। ਪਰ ਦਿਨੋਂ ਦਿਨ ਸਾਡੀ ਸਟੇਟ ਦੇ ਵਿੱਚ ਜਿਹੜਾ ਇਲਾਜ ਹੈ ਦੂਸਰੀ ਤਰਫ ਨਜ਼ਰ ਮਾਰੀਏ ਉਹ ਜ਼ਿਆਦਾ ਹੋਰ ਮਹਿੰਗਾ ਹੁੰਦਾ ਜਾ ਰਿਹਾ। ਪਰ ਸਰਕਾਰ ਚਾਹੇ ਆਪਣੇ ਸੂਬੇ ਦੀ ਹੋਵੇ ਚਾਹੇ ਦੂਸਰੇ ਸੂਬਿਆਂ ਦੀ ਹੋਵੇ, ਉਹਨਾਂ ਦਾ ਏਜੰਡਾ ਇੱਕੋ ਹੀ ਰਹਿ ਗਿਆ ਹੈਗਾ ਕਿ ਸ਼ਰਾਬ ਤੋਂ ਵੱਧ ਜਿਹੜਾ ਰੈਵਨਿਊ ਹੈ ਉਹ ਕਿਵੇਂ ਇਕੱਠਾ ਕੀਤਾ ਜਾਂਦਾ ਹੈ। ਬਾਕੀ ਅੱਜ ਜਿਹੜੀ ਆਬਕਾਰੀ ਪਾਲਿਸੀ ਹੈ ਜਿਹੜੀ
ਉਹ ਬਣ ਗਈ ਹੈ, ਪਾਸ ਹੋ ਗਈ ਹੈ। ਹੁਣ ਇਹਦੇ ਹੋਰ ਅੰਕੜੇ ਆ ਜਿਹੜੇ ਸਾਡੇ ਸਾਹਮਣੇ ਅੱਜ ਸ਼ਾਮ ਤੱਕ ਆ ਜਾਣਗੇ ਕਿ ਕਿੰਨੀ ਸ਼ਰਾਬ ਹੈ ਜਿਹੜੀ ਦੇਸੀ ਕਿੰਨੇ ਰੁਪਏ ਸਸਤੀ ਹੋਈ ਹੈ, ਅੰਗਰੇਜ਼ੀ ਸ਼ਰਾਬ ਕਿੰਨੀ ਸਸਤੀ ਹੋਈ ਹੈ, ਜਾਂ ਇਹਦੇ ਕੀ ਪ੍ਰਭਾਵ ਪੈਣਗੇ, ਇਹ ਆਉਣ ਵਾਲੇ ਦਿਨਾਂ 'ਚ ਵੀ ਪਤਾ ਲੱਗ ਜਾਏਗਾ। ਜੀ ਚਰਨਜੀਤ ਜੀ, ਸਵਾਲ ਵੱਡਾ ਇਹ ਖੜਾ ਹੁੰਦਾ ਹੈ ਵੀ ਕਿ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ 'ਚ ਘਿਰਿਆ ਹੋਇਆ, ਜੇਕਰ ਸ਼ਰਾਬ ਹੋਰ ਸਸਤੀ ਹੋ ਜਾਂਦੀ ਹੈ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਪਸਾਰਾ ਹੈ ਹੋਰ ਵੱਧ ਜਾਏਗਾ? ਦੇਖੋ, ਇਹ ਇਨਕਾਰ ਤਾਂ ਨਹੀਂ ਕੀਤਾ ਜਾਂਦਾ। ਆਪਾਂ ਬਾਜ਼ਾਰ ਜਾਂਦੇ ਹਾਂ, ਮਾਰਕੀਟ ਦੇ ਵਿੱਚ ਆਪਾਂ ਉਸ ਸਾਈਡ ਜ਼ਿਆਦਾ ਜਾਂਦੇ ਜਿੱਥੇ ਲੱਗਿਆ ਹੁੰਦਾ ਕਿ ਸੇਲ ਦਾ ਫੱਟਾ ਲੱਗਿਆ ਹੁੰਦਾ ਹੈਗਾ। ਜੀ ਬਿਲਕੁਲ। ਉਸ ਆਪਾਂ ਨੂੰ ਲਿਓਰਮੈਂਟ ਤਾਂ ਇੱਕ ਹੁੰਦੀ ਹੈਗੀ ਹੈ ਇਸ ਗੱਲ ਦੀ ਕਿ ਜਦੋਂ ਕੋਈ ਚੀਜ਼ ਸਸਤੀ ਹੁੰਦੀ ਹੈ, ਜਾਂ ਆਪਾਂ 31 ਮਾਰਚ ਵਾਲੇ ਦਿਨ ਜਿਹੜਾ ਹਾਲ ਦੇਖਦੇ ਹਾਂ ਠੇਕਿਆਂ 'ਤੇ ਜੀ ਕਿੰਨੀਆਂ ਭੀੜਾਂ ਲੱਗੀਆਂ ਹੁੰਦੀਆਂ, ਕਿਉਂਕਿ ਉਸ ਦਿਨ ਸਸਤੀ ਹੁੰਦੀ ਹੈ ਸ਼ਰਾਬ। ਬਿਲਕੁਲ। ਇਸ ਕਰਕੇ ਇਹਦਾ ਅਸਰ ਤਾਂ ਇਹ ਠੀਕ ਹੈ ਕਿ ਜਿਹੜੀ ਕੰਜ਼ੰਪਸ਼ਨ ਹੈ ਜਿਹੜੀ ਉਹ ਵੱਧ ਸਕਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਜੇ ਮੰਨ ਲਓ ਸਸਤੀ ਨਾ ਵੀ ਹੁੰਦੀ ਤਾਂ ਲੋਕ ਜੇ 10 ਸਾਲ ਪਹਿਲਾਂ 60 ਰੁਪਏ 'ਚ ਖਰੀਦਦੇ ਸੀ ਬੋਤਲ, ਤਾਂ ਹੁਣ 160 'ਚ ਵੀ ਖਰੀਦੀ ਜਾਂਦੇ ਨੇ। ਜੀ ਕਿਉਂਕਿ ਮੇਨ ਜਿਹੜਾ ਤਬਕਾ ਹੈ ਉਹ ਮਿਡਲ ਕਲਾਸ ਹੈਗਾ, ਬਿਲਕੁਲ। ਅਤੇ ਉਹਨਾਂ ਨੇ ਜਿਨ੍ਹਾਂ ਨੇ ਪੀਣੀ ਹੈ ਅਤੇ ਉਹਨਾਂ ਨੇ ਪੀਣਿਆਂ ਨੂੰ ਕੀ ਸਸਤੀ ਕੀ ਮਹਿੰਗੀ। ਪਰ ਇੰਨੀ ਜ਼ਰੂਰ ਹੋ ਜਾਂਦੀ ਆਤਿਸ਼ ਕਿ ਪਹਿਲਾਂ ਉਹ ਕੋਈ ਮਿਲਾਵਟੀ ਕੋਈ ਕੁਆਲਿਟੀ ਨਾਲ ਕੰਪਰੋਮਾਈਜ਼ ਵੀ ਕਰਦੇ ਹੈਗੇ ਨੇ। ਜਿਹੜੀ ਹਰਿਆਣੇ 'ਚ ਆਉਂਦੀ ਕੀ ਪਤਾ ਕੀ ਅੱਗ ਸੁਆਹ ਹੁੰਦੀ ਆ ਉਹ, ਜਾਂ ਜਿਹੜੀ ਘਰੇ ਦੇਸੀ ਰੂੜੀ ਮਾਰਕਾ ਕੱਢੀ ਜਾਂਦੀ ਹੈਗੀ ਹੈ। ਤਾਂ ਹੁਣ ਇਹ ਹੈ ਕਿ ਚਲੋ ਠੀਕ ਹੈ, ਇਹ ਤਾਂ ਨਹੀਂ ਆਪਾਂ ਗਰੰਟੀ ਕਰ ਸਕਦੇ ਕਿ ਬਿਲਕੁਲ ਜਿਹੜੀ ਹੁਣ ਸ਼ਰਾਬ ਮਿਲੇਗੀ ਉਹ ਬਿਲਕੁਲ ਸ਼ੁੱਧ ਹੋਏਗੀ, ਕਿਉਂਕਿ ਸਮਾਜ ਵੀ ਉਹੀ ਹੈ ਅਤੇ ਸਰਕਾਰਾਂ ਦੀ ਜਿਹੜੀ ਤਸੀਰ ਹੈ ਉਹ ਵੀ ਉਹੀ ਹੈ, 19-21 ਦਾ ਹੀ ਫਰਕ ਹੁੰਦਾ ਹੈ। ਪਰ ਇੰਨਾ ਕਹਿ ਹੋ ਸਕਦਾ ਕਿ ਇਹਨਾਂ ਦੀ ਕੋਈ ਇਹ ਨਵੀਂ ਪਹਿਲੀ ਪਾਲਿਸੀ ਹੈਗੀ ਹੈ, ਕਿਉਂਕਿ ਇਸ ਫਰੰਟ 'ਤੇ ਇਹਨਾਂ ਨੂੰ ਸਰਕਾਰ ਨੂੰ ਕੁਝ ਕਰਕੇ ਵੀ ਦਿਖਾਉਣਾ ਪਏਗਾ, ਕਿਉਂਕਿ ਇੱਕ ਬਦਲਾਅ ਦੇ ਨਾਅਰੇ ਹੇਠ ਇਹ ਸਰਕਾਰ ਹੈ ਜਿਹੜੀ ਹੋਂਦ ਦੇ ਵਿੱਚ ਆਈ ਹੈ। ਬਾਕੀ ਤਾਂ ਇਹ ਹੈਗਾ ਆਤਿਸ਼ ਕਿ ਸਾਡੀ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਹਦੇ ਵਿੱਚ ਇਹ ਬਾਬਿਆਂ ਨੇ ਸਾਡਿਆਂ ਨੇ ਹੋਕਾ ਹੀ ਇਹ ਦਿੱਤਾ ਕਿ ਜੇ ਅਸੀਂ ਨਰੋਆ ਸਮਾਜ ਬਣਾਉਣਾ ਹੈ ਤਾਂ ਸਾਨੂੰ ਨਸ਼ਿਆਂ ਤੋਂ ਵਰਜਿਤ ਕੀਤਾ ਗਿਆ ਹੈਗਾ। ਈਵਨ ਮਹਾਤਮਾ ਗਾਂਧੀ ਵੀ ਜਦੋਂ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਜਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਏਜੰਡੇ ਰੱਖੇ ਸੀ, ਉਹਨਾਂ ਨੇ ਗਊ ਹੱਤਿਆ ਬੰਦ ਕਰਨ ਬਾਰੇ ਕਿਹਾ ਸੀਗਾ। ਇਸ ਤੋਂ ਬਾਅਦ ਉਹ ਕਹਿੰਦੇ ਸੀ ਕਿ ਮੈਂ ਗਰੀਬੀ ਬਰਦਾਸ਼ਤ ਕਰ ਲਵਾਂਗਾ, ਪਰ ਮੈਂ ਆਪਣੇ ਦੇਸ਼ ਦੇ ਵਿੱਚ ਸ਼ਰਾਬੀਆਂ ਦਾ ਅੰਕੜਾ ਬਰਦਾਸ਼ਤ ਨਹੀਂ ਕਰ ਸਕਦਾ। ਮਤਲਬ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ। ਅਤੇ ਬਾਕੀ ਨਸ਼ਾ ਤਾਂ ਦੇਖੋ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਹਰ ਤਰ੍ਹਾਂ ਦਾ ਮਾੜਾ ਹੈ। ਨਸ਼ਾ ਤਾਂ ਸੱਤਾ ਦਾ ਵੀ ਮਾੜਾ ਹੈ, ਨਸ਼ਾ ਤਾਂ ਸ਼ਰਾਬ ਦਾ ਵੀ ਮਾੜਾ ਹੈ, ਨਸ਼ਾ ਤਾਂ ਦੌਲਤ ਦਾ ਵੀ ਮਾੜਾ ਹੈ। ਜੇ ਤੁਸੀਂ ਇੱਕ ਮਿਕਦਾਰ ਦੇ ਵਿੱਚ ਰੱਖਦੇ ਹੋ ਤਾਂ ਸਾਰੀ ਚੀਜ਼ ਤੁਹਾਡੇ ਲਈ ਉਹ ਦਵਾਈ ਦੀ ਤਰ੍ਹਾਂ ਹੋ ਸਕਦੀ ਹੈ। ਜੇ ਉਸ ਤੋਂ ਵੱਧ ਹੋ ਗਈ ਹੈ ਤਾਂ ਫਿਰ ਤੁਹਾਡੇ ਲਈ ਜੇ ਸੱਤਾ ਸਿਰ ਚੜ੍ਹ ਜੇ ਤਾਂ ਉਹਦੇ ਕੀ ਰਿਜ਼ਲਟ ਨਿਕਲਦੇ ਉਹ ਵੀ ਆਪਾਂ ਨੂੰ ਪਤਾ ਹੈ। ਫਿਰ ਕਿੰਨੀਆਂ ਸੀਟਾਂ ਰਹਿ ਜਾਂਦੀਆਂ ਨੇ ਅਗਲੀਆਂ ਚੋਣਾਂ ਦੇ ਵਿੱਚ, ਉਹ ਵੀ ਆਪਾਂ ਹੁਣ ਕਿਸੇ ਨੂੰ ਕੋਈ ਉਹ ਤੋਂ ਭੁੱਲਿਆ ਨਹੀਂ ਹੈਗਾ। ਸੋ ਇਹ ਗੱਲਾਂ ਸਾਰੀਆਂ ਸਾਡੇ ਸਾਹਮਣੇ ਹੈਗੀਆਂ ਨੇ। ਪਿੱਛੇ ਇੱਕ ਨੈਸ਼ਨਲ ਸਰਵੇ ਦੀ ਹੋਇਆ, ਉਹਦੀ ਰਿਪੋਰਟ ਆਈ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਮੁੱਚੇ ਦੇਸ਼ ਦੇ ਵਿੱਚ ਤਕਰੀਬਨ 22% ਲੋਕ ਆ ਜਿਹੜਾ ਉਹ ਸ਼ਰਾਬ ਦਾ ਸੇਵਨ ਕਰਦੇ ਨੇ। ਪਰ ਸਾਡੀ ਜਿਹੜੀ ਪੰਜਾਬ ਦੀ ਰੇਸ਼ੋ ਉੱਭਰ ਕੇ ਆਈ ਹੈ ਉਹ ਬਣਦੀ ਹੈ 27.5%, ਅਤੇ ਹਿਮਾਚਲ ਦੀ ਤਕਰੀਬਨ 31% ਬਣਦੀ ਹੈ, ਹਰਿਆਣੇ ਦੀ 17% ਬਣਦੀ ਹੈ, ਰਾਜਸਥਾਨ 'ਚ ਉਸ ਤੋਂ ਘੱਟ ਪੀਤੀ ਜਾਂਦੀ ਹੈ 11% ਬਣਦੀ ਹੈ, ਤੇਲੰਗਾਨਾ ਦੀ ਸਭ ਤੋਂ ਉੱਚੀ ਪਰਸੈਂਟੇਜ ਆਈ ਹੈ, ਉੱਥੇ 50% ਲੋਕ ਹੈ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਨੇ। ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਹੁਣ ਤਾਂ ਇਹਨਾਂ ਨੇ ਸਪੈਸ਼ਲ ਡਿਵੈਲਪਮੈਂਟ ਟੈਕਸ ਵੀ ਲਾ ਦਿੱਤਾ ਸਰਕਾਰਾਂ ਨੇ 2017 ਦੇ ਵਿੱਚ ਸ਼ਰਾਬ 'ਤੇ। ਉਸ ਤੋਂ ਪਹਿਲਾਂ ਤਾਂ ਜਿਹੜੀ ਗੱਠਜੋੜ ਦੀ ਸਰਕਾਰ ਸੀ ਆਤਿਸ਼, ਸਾਡੇ ਦਰਸ਼ਕ ਭੁੱਲੇ ਨਹੀਂ ਹੋਣਗੇ ਕਿ ਉਹਨਾਂ ਨੇ ਤਾਂ ਸ਼ਰਾਬ 'ਤੇ ਕਈ ਤਰ੍ਹਾਂ ਦੇ ਸੈਸ ਵੀ ਲਾਏ ਸੀ। ਐਜੂਕੇਸ਼ਨ ਦਾ ਸੈਸ ਲਾਇਆ ਹੋਇਆ ਸੀ, ਕਲਚਰ ਸੈਸ ਲਾਇਆ ਸੀ, ਸਪੋਰਟਸ ਸੈਸ ਲਾਇਆ ਸੀ। ਸ਼ਰਾਬ ਤੋਂ 662 ਕਰੋੜ ਰੁਪਏ ਦੇ ਸੈਸਾਂ ਦੇ ਵਿੱਚ ਕਮਾਈ ਹੋਈ ਸੀਗੀ, ਬਿਲਕੁਲ ਹਰ ਤਰ੍ਹਾਂ ਦੇ ਵਿੱਚ। ਅਤੇ ਜਿਹੜੀਆਂ ਯਾਦਗਾਰਾਂ ਗੱਠਜੋੜ ਸਰਕਾਰ ਨੇ ਉਹਨਾਂ ਦਿਨਾਂ 'ਚ ਬਣਾਈਆਂ ਨੇ, ਉਹ ਸਾਰਾ ਹੀ ਸ਼ਰਾਬ ਦੇ ਉੱਪਰ ਸ਼ਰਾਬੀਆਂ ਦੀ ਆਪਾਂ ਕਹਦੇ ਜਿਹੜੀ ਨੇਕੀ ਦਾ ਫਾਇਦਾ ਲਿਆ, ਉਹਨਾਂ ਦਸਵੰਧ ਦਾ ਫਾਇਦਾ ਲਿਆ, ਉਹ ਯਾਦਗਾਰਾਂ ਬਣਾਈਆਂ ਗਈਆਂ, ਉਹ ਵੀ ਪੈਸਾ ਉੱਧਰ ਖਰਚ ਕੀਤਾ ਗਿਆ, ਉਹਦੇ ਵਿੱਚੋਂ ਜਿਹੜਾ ਵੱਡਾ ਹਿੱਸਾ ਹੈਗਾ। ਬਾਕੀ ਨਸ਼ਿਆਂ ਬਾਰੇ ਤਾਂ ਸਾਡੇ ਡਾਇਰੈਕਟਰ ਪ੍ਰਿੰਸੀਪਲਸ ਵੀ ਇਹੀ ਕਹਿੰਦੇ ਨੇ ਕਿ ਜਿੰਨਾ ਵੀ ਨਸ਼ੀਲਾ ਪਦਾਰਥ ਹੈ ਉਹਦੇ ਸੇਵਨ ਤੋਂ ਦੂਰ ਰਿਹਾ ਜਾਵੇ, ਇਸ ਤਰ੍ਹਾਂ ਦੀਆਂ ਹੈਗੀਆਂ ਨੇ। ਬਾਕੀ ਸ਼ਰਾਬਬੰਦੀ ਵੀ ਹੁੰਦੀ, ਜੇ ਆਪਾਂ ਕਹਿ ਦਈਏ ਕਿ ਜਿਵੇਂ ਤੁਸੀਂ ਸਵਾਲ ਕੀਤਾ ਸੀ ਕਿ ਇਹਦੇ ਨਾਲ ਪਸਾਰ ਹੋਏਗਾ ਹੋਰ ਕਿ ਲੋਕ ਪੰਜਾਬ ਸਮੁੱਚਾ ਪੰਜਾਬ ਹੈ ਉਹ ਪਿਆਕੜ ਬਣ ਜਾਏਗਾ, ਕਿਉਂਕਿ ਪੰਜਾਬ 'ਤੇ ਤਾਂ ਪਹਿਲਾਂ ਹੀ ਉੜਤਾ ਪੰਜਾਬ ਵਾਲਾ ਜਿਹੜਾ ਦਾਗ ਹੈ ਉਹ ਲੱਗਿਆ ਹੋਇਆ ਕਿ ਨਸ਼ੇੜੀ ਹੈ। ਹੁਣ ਵੀ ਸਾਡੇ ਜਿਹੜੇ ਮੁੰਡੇ ਆ ਚਿੱਟੇ ਨਾਲ ਮਰ ਰਹੇ ਨੇ, ਪਹਿਲਾਂ ਵੀ ਮਰ ਰਹੇ ਸੀਗੇ, ਰਿਪੋਰਟ ਵੀ ਹੋ ਰਹੇ ਨੇ ਸਾਰੇ। ਅਤੇ ਸ਼ਰਾਬਬੰਦੀ ਵੀ ਲੋਕਾਂ ਨੇ ਕਰਕੇ ਦੇਖ ਲਈ ਕਈ ਸੂਬਿਆਂ ਨੇ, ਉਹ ਵੀ ਰਾਸ ਨਹੀਂ ਆਈ। ਸਾਡਾ ਗੁਆਂਢੀ ਸੂਬਾ ਹੈਗਾ ਹਰਿਆਣਾ, ਇਹਦੇ ਵਿੱਚ 1996 ਦੇ ਵਿੱਚ ਸ਼ਰਾਬਬੰਦੀ ਕੀਤੀ ਗਈ ਸੀ, 2 ਸਾਲਾਂ ਬਾਅਦ ਵਾਪਸ ਲੈਣੀ ਪੈ ਗਈ। ਉਹਦੇ ਨਾਲ ਲੱਗਿਆ ਸਰਕਾਰਾਂ ਨੂੰ। ਇਸ ਤਰ੍ਹਾਂ ਹੀ ਤੁਹਾਡੇ ਆਂਧਰਾ ਵਾਲਿਆਂ ਨੇ ਕੀਤਾ ਸੀ, ਕੇਰਲਾ ਵਾਲਿਆਂ ਨੇ ਕੀਤਾ ਸੀ,
ਕਈ ਸਰਕਾਰਾਂ ਨੇ ਇਹ ਤਜਰਬੇ ਕਰਕੇ ਵੀ ਦੇਖੇ ਨੇ ਸ਼ਰਾਬਬੰਦੀ ਲਾਗੂ। ਉਹਦੇ ਨਾਲ ਵੱਡਾ ਹਿੱਸਾ ਉਹਨਾਂ ਨੂੰ ਲੱਗਦਾ ਕਿ ਸਾਡਾ ਰੈਵਨਿਊ ਵੀ ਚਲਾ ਜਾਂਦਾ ਹੈ ਅਤੇ ਪਲੱਸ ਜਿਹੜੇ ਸ਼ਰਾਬ ਦੀ ਜਿਹੜੀ ਸਮਗਲਿੰਗ ਹੈ ਉਹ ਵੀ ਨਹੀਂ ਰੁਕਦੀ। ਲੋਕ ਪਹਿਲਾਂ ਠੇਕਿਆਂ 'ਤੇ ਪੀਂਦੇ ਸੀ, ਫਿਰ ਗੁਆਂਢੀ ਸੂਬਿਆਂ 'ਚੋਂ ਤਸਕਰੀ ਦੇ ਥਰੂ ਆਉਂਦੀ ਹੈ, ਉਹ ਮਹਿੰਗੀ ਵੀ ਮਿਲਦੀ ਹੈ ਔਰ ਉਹ ਮਿਲਾਵਟ ਵਾਲੀ ਵੀ ਮਿਲਦੀ ਹੈ। ਤਾਂ ਬਹੁਤ ਸਾਰੀਆਂ ਮੌਤਾਂ ਪਿੱਛੇ ਪੜੀਆਂ ਵੀ ਨੇ। ਮੱਧ ਪ੍ਰਦੇਸ਼ 'ਚ ਕਿੰਨੀਆਂ ਮੌਤਾਂ ਜਿਹੜੀਆਂ ਉਹ ਮਾੜੀ ਸ਼ਰਾਬ ਕਰਕੇ ਹੁੰਦੀਆਂ ਨੇ। ਠੀਕ ਹੈ, ਦਿੱਲੀ ਦੇ ਵਿੱਚ ਵੀ ਹੋਈਆਂ, ਗੁਜਰਾਤ ਦੇ ਵਿੱਚ ਵੀ ਹੋਈਆਂ ਨੇ। ਹੁਣ ਸਾਡੇ ਕੋਲ ਬਿਹਾਰ ਅਤੇ ਗੁਜਰਾਤ 2 ਸੂਬੇ ਆਏ ਨੇ ਅਤੇ ਸ਼ਰਾਬਬੰਦੀ ਹੈ। ਗੁਜਰਾਤ ਦੇ ਵਿੱਚ ਕਿੰਨੀਆਂ ਮੌਤਾਂ ਸ਼ਰਾਬ ਪੀਣ ਮਾੜੀ ਸ਼ਰਾਬ ਨਾਲ ਹੋ ਚੁੱਕੀਆਂ ਨੇ। ਉੱਥੇ ਕਿਹੜਾ ਤਸਕਰੀ ਰੁਕੀ। ਇੱਕ ਟਾਈਮ ਤਾਂ ਇਹ ਵੀ ਕਹਿੰਦੇ ਕਿ ਪੰਜਾਬ ਦੀਆਂ ਡਿਸਟਿਲਰੀਆਂ 'ਚੋਂ ਜਿਹੜੀ ਸ਼ਰਾਬ ਹੈ ਉਹ ਸਿੱਧੀ ਇੱਥੋਂ ਗੁਜਰਾਤ ਜਾਂਦੀ ਹੈ ਮਿਲੀ ਭੁਗਤ ਨਾਲ। ਸਾਡੇ ਬਹੁਤ ਸਾਰੇ ਨੇਤਾਗਣ ਹੈ ਜਿਨ੍ਹਾਂ 'ਤੇ ਉਂਗਲ ਉੱਠਦੀ ਰਹੀ ਹੈ ਪੰਜਾਬ ਦੇ ਵਿੱਚ। ਇੱਧਰ ਪਟਿਆਲੇ ਜ਼ਿਲ੍ਹੇ 'ਚ ਫੈਕਟਰੀਆਂ ਫੜੀਆਂ ਸੀ, ਖੰਨੇ ਫੜੀਆਂ ਗਈਆਂ ਸੀ। ਸਾਡੇ ਤਾਂ ਬਲਕਿ ਉੱਥੇ ਮਾਝੇ ਦੇ ਵਿੱਚ 100 ਤੋਂ ਉੱਪਰ ਮੌਤਾਂ ਵੀ ਹੋ ਗਈਆਂ ਸੀ ਮਾੜੀ ਸ਼ਰਾਬ ਪੀਣ ਨਾਲ। ਅਤੇ ਉਹ ਸਾਰੇ ਤਸਕਰ ਜਿਨ੍ਹਾਂ ਦੀਆਂ ਤਾਰਾਂ ਜੁੜੀਆਂ ਸੀ ਪੋਲੀਟੀਕਲ ਲੋਕਾਂ ਨਾਲ, ਉਹ ਅਜੇ ਵੀ ਸ਼ਮਸ਼ੇਰ ਸਿੰਘ ਦੂਲੋ ਕਹਿੰਦੇ ਹੁੰਦੇ ਜਿਹੜੇ ਸਾਬਕਾ MP ਨੇ, ਕਿ ਉਹਨਾਂ ਨੂੰ ਕੈਪਟਨ ਸਰਕਾਰ ਨੇ ਖੁੱਲ੍ਹੀ ਛੁੱਟੀ ਦੇ ਰਹੀ। ਕੈਪਟਨ ਅਮਰਿੰਦਰ ਸਿੰਘ ਫੜ ਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ, ਉਹਨਾਂ 'ਤੇ ਕੇਸ ਦਰਜ ਨਹੀਂ ਕੀਤੇ ਗਏ। ਤਾਂ ਨਵੀਂ ਸਰਕਾਰ ਲਈ ਇਹ ਵੀ ਸੋਚਣ ਵਾਲੀ ਗੱਲ ਹੋਏਗੀ ਕਿ ਜਿਨ੍ਹਾਂ ਦੇ ਪੁਰਾਣੇ ਤਾਰ ਹੈ ਤਸਕਰਾਂ ਨਾਲ ਜੁੜੇ ਹੋਏ ਸੀ, ਸ਼ਰਾਬ ਮਾਫੀਆ ਨੇ ਜਿਨ੍ਹਾਂ ਪੰਜਾਬ ਨੂੰ ਲੁੱਟਿਆ, ਉਹਦਾ ਵੀ ਹਿਸਾਬ ਕਿਤਾਬ ਕਰਨਾ ਬਣਦਾ ਹੈਗਾ। ਤਾਂ ਆਪਾਂ ਇਹ ਦੇਖ ਲਈਏ ਕਿ ਸ਼ਰਾਬਬੰਦੀ ਵੀ ਇਸ ਚੀਜ਼ ਦਾ ਹੱਲ ਨਹੀਂ। ਹੱਲ ਇਸ ਦਾ ਇੱਕੋ ਹੀ ਹੈ ਕਿ ਜੇ ਲੋਕ ਪ੍ਰਪੇਅਰ ਹੋਣ। ਪਰ ਸਾਡੀ ਸਟੇਟ ਦੇ ਜਿਹੜੇ ਹਾਲਾਤ ਹੈ ਉਹ ਇਜਾਜ਼ਤ ਨਹੀਂ ਦਿੰਦੇ। ਪਰ ਆਮ ਲੋਕਾਂ ਨੂੰ ਇੰਨਾ ਕੁ ਜ਼ਰੂਰ ਹੁੰਦਾ ਹੈ ਕਿ ਸ਼ਰਾਬ ਦੇ ਵਿੱਚ ਘੱਟੋ ਘੱਟ ਇੱਕ ਤਾਂ ਲੁੱਟ ਬੰਦ ਹੋਵੇ। ਦੂਸਰਾ ਇਹ ਕਿ ਲੋਕਾਂ ਨੂੰ ਕੁਆਲਿਟੀ ਵਾਲੀ ਸ਼ਰਾਬ ਮਿਲ ਜੇ। ਜੇ ਲੀਗਲ ਤਰੀਕੇ ਨਾਲ ਸਰਕਾਰ ਵੇਚ ਹੀ ਰਹੀ ਹੈਗੀ ਹੈ ਅਤੇ ਸਰਕਾਰਾਂ ਦਾ ਅਲਟੀਮੇਟਲੀ ਜਿਹੜਾ ਫੋਕਸ ਹੈ ਉਹ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਇਹ ਸਰਕਾਰ ਤਾਂ ਕਹਿੰਦੀ ਹੈ ਕਿਸੇ ਹੈਲਥ ਐਜੂਕੇਸ਼ਨ 'ਤੇ ਕੰਮ ਕਰਨਾ ਹੈ, ਆਉਣ ਵਾਲੇ ਦਿਨਾਂ 'ਚ ਕਿੰਨਾ ਕਰਦੇ ਹੈ ਉਹ ਵੀ ਆਪਣੇ ਧਿਆਨ 'ਚ ਆ ਜਾਏਗਾ। ਹਾਲਾਂਕਿ ਜਦੋਂ ਸ਼ਰਾਬ ਦੀ ਜਦੋਂ ਆਪਾਂ 1965 ਦੀ ਪੁਰਾਣੇ ਪਿੱਛੇ ਦੇਖੀਏ, ਜੋ ਸਾਂਝਾ ਪੰਜਾਬ ਸੀ ਸਾਡਾ, ਉਦੋਂ ਪੰਜਾਬ ਦੇ ਵਿੱਚ ਸਿਰਫ 6 ਕਰੋੜ ਰੁਪਏ ਦੀ ਸ਼ਰਾਬ ਹੈ ਜਿਹੜੀ ਉਦੋਂ ਰੈਵਨਿਊ ਆਉਂਦਾ ਸੀ। ਫਿਰ ਉਸ ਤੋਂ ਬਾਅਦ ਇਹ ਰੈਵਨਿਊ ਕਦੇ ਬਹੁਤਾ ਨਹੀਂ ਉਹਦਾ ਵਧਿਆ। ਫਿਰ ਸਾਡੇ ਪੰਜਾਬ ਨੂੰ ਕਾਲੇ ਦੌਰ ਵਿੱਚ ਦੀ ਗੁਜ਼ਰਨਾ ਪਿਆ। ਉਦੋਂ ਵੀ ਐਕਸਾਈਜ਼ ਤੋਂ ਜਿਹੜੀ ਇਨਕਮ ਸੀ ਉਹ ਜ਼ਿਆਦਾ ਨਹੀਂ ਵਧੀ। ਫਿਰ 97-98 ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਸਾਡੀ ਪੰਥਕ ਸਰਕਾਰ ਹੈ, ਅਸੀਂ ਸ਼ਰਾਬ ਨੂੰ ਜਿਹੜਾ ਪ੍ਰਮੋਟ ਨਹੀਂ ਕਰਾਂਗੇ। ਤਾਂ ਉਦੋਂ 1-2-3 ਫੈਸਲੇ ਲਏ ਸੀ ਕਿ ਜੀ ਜਿਹੜਾ ਵੀ ਸ਼ਰਾਬ ਦਾ ਠੇਕਾ ਹੋਏਗਾ ਉਹ 'ਤੇ ਕਦੇ ਕੋਈ ਵੱਡਾ ਬੋਰਡ ਨਹੀਂ ਕਰਕੇ ਵੱਡੇ ਮੋਟੇ ਅੱਖਰਾਂ 'ਚ ਨਹੀਂ ਲਿਖਿਆ ਹੋਏਗਾ ਕਿ ਸ਼ਰਾਬ ਦਾ ਠੇਕਾ ਹੈ, ਕੋਈ ਸਜਾਵਟ ਨਹੀਂ ਕੀਤੀ ਹੋਏਗੀ ਕਿ ਇਹਨੂੰ ਪ੍ਰਮੋਟ ਨਹੀਂ ਕਰਨਾ ਅਸੀਂ ਸ਼ਰਾਬ ਨੂੰ। ਇਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਮੋਟੇ ਅੱਖਰਾਂ 'ਚ ਲਿਖਣਾ ਕਿ ਸ਼ਰਾਬ ਹੈ ਜਿਹੜੀ ਸਿਹਤ ਲਈ ਹਾਨੀਕਾਰਕ ਹੈ। ਪਰ ਉਹ ਪ੍ਰੈਕਟੀਕਲੀ ਕਿੰਨਾ ਕੁ ਹੁੰਦਾ ਆਪਾਂ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਫਿਰ ਗੱਠਜੋੜ ਦੇ ਕਿੰਨੀਆਂ ਡਿਸਟਿਲਰੀਆਂ ਸਾਡੇ ਲੱਗੀਆਂ ਨੇ, 16-17 ਡਿਸਟਿਲਰੀਆਂ ਸਾਡੇ ਲੱਗ ਚੁੱਕੀਆਂ ਨੇ। ਬਠਿੰਡਾ ਜ਼ਿਲ੍ਹਾ ਜਿੱਥੇ ਇੱਕ ਵੀ ਡਿਸਟਿਲਰੀ ਨਹੀਂ ਸੀ, ਉੱਥੇ ਹੁਣ 2 ਡਿਸਟਿਲਰੀਆਂ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਉਹ ਲੱਗੀਆਂ ਹੋਈਆਂ। ਕੈਪਟਨ ਅਮਰਿੰਦਰ ਸਿੰਘ ਦੀ ਜੋ ਸਰਕਾਰ 2017 'ਚ ਬਣੀ ਸੀ, ਉਹਨਾਂ ਚੋਣਾਂ 'ਚ ਆਪਾਂ ਪੜ੍ਹਿਆ ਹੈ ਕਿ ਜਿਹੜਾ ਉਹਨਾਂ ਦਾ ਚੋਣ ਮਨੋਰਥ ਪੱਤਰ ਸੀ ਉਹਦੇ ਵਿੱਚ ਆਤਿਸ਼ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਸਾਲ ਪੰਜਾਬ ਦੇ ਵਿੱਚੋਂ 5% ਠੇਕਿਆਂ ਦੀ ਗਿਣਤੀ ਹੈ ਜਿਹੜੀ ਉਹ ਘਟਾਵਾਂਗੇ। ਪਰ 5 ਸਾਲਾਂ 'ਚ ਕਿੰਨੇ ਠੇਕੇ ਬੰਦ ਘਟਾਏ। ਈਵਨ ਜਿਹੜੀਆਂ ਪੰਚਾਇਤਾਂ ਚਾਹੁੰਦੀਆਂ ਨੇ ਕਿ ਸਾਡੇ ਪਿੰਡ 'ਚ ਸ਼ਰਾਬ ਦਾ ਠੇਕਾ ਨਾ ਖੁੱਲ੍ਹੇ, ਉਹ ਮਤੇ ਪਾਸ ਕਰਦੀਆਂ ਨੇ, ਉਹ ਮਤੇ ਸਰਕਾਰਾਂ ਰੱਦ ਕਰ ਦਿੰਦੀਆਂ ਨੇ। ਤਾਂ ਇਹ ਸਰਕਾਰ ਲਈ ਜਿੱਥੇ ਸਸਤੀ ਸ਼ਰਾਬ ਨਾਲ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਅੰਦਰੋਂ ਅੰਦਰੀ ਖੁਸ਼ ਵੀ ਹੋਣਗੇ, ਜਿਨ੍ਹਾਂ ਨੂੰ ਕਿ ਚਲੋ ਸਸਤੀ ਸ਼ਰਾਬ ਮਿਲੇਗੀ, ਤਾਂ ਉਹ ਉਮੀਦ ਵੀ ਰੱਖਣਗੇ ਕਿ ਸਾਨੂੰ ਕੁਆਲਿਟੀ ਵਾਲੀ ਸ਼ਰਾਬ ਹੈ ਜਿਹੜੀ ਮਿਲੇ। ਪਰ ਸ਼ਰਾਬ ਦਾ ਪਸਾਰ ਕਰਕੇ ਜਾਂ ਆਪਾਂ ਕਹਿ ਦਈਏ ਕਿ ਸ਼ਰਾਬ ਤੋਂ ਕਮਾਈ ਕਰਕੇ ਦੂਜੇ ਪਾਸੇ ਲਾਉਣੀ, ਉਹ ਬਹੁਤੀ ਸਿਆਣਪ ਵਾਲੀ ਗੱਲ ਵੀ ਨਹੀਂ। ਲੋੜ ਹੈ ਕਿ ਦੇਰ ਸਵੇਰ ਜਿਹੜਾ ਨਸ਼ਿਆਂ ਦਾ ਪਸਾਰਾ ਘਟਾਇਆ ਜਾਵੇ ਸਰਕਾਰ, ਅਤੇ ਜਿਹੜੇ ਰੈਵਨਿਊ ਦੇ ਸਰੋਤ ਹੈ ਜਿਹਦੇ ਐਕਸਾਈਜ਼ 'ਤੇ ਟੇਕ ਰੱਖਣੀ ਪੈਂਦੀ ਹੈ ਉਹਦੇ ਕੋਈ ਅਲਟਰਨੇਟਿਵ ਲੱਭੇ ਜਾਣ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਨਸ਼ਿਆਂ ਦੀ, ਤਾਂ ਪੰਜਾਬ ਨੂੰ ਨਸ਼ਿਆਂ ਦੇ ਗਲਬੇ ਦੇ ਵਿੱਚੋਂ ਕੱਢਣ ਲਈ ਸਰਕਾਰ ਨੂੰ ਫੌਰੀ ਤੌਰ 'ਤੇ ਕਿਹੜੇ ਕਦਮ ਚੁੱਕਣ ਦੀ ਲੋੜ ਹੈ? ਦੇਖੋ, ਫੌਰੀ ਤੌਰ 'ਤੇ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਨਸ਼ਿਆਂ ਦਾ 4 ਹਫ਼ਤਿਆਂ 'ਚ ਲੱਕ ਤੋੜ ਦਿਆਂਗਾ। ਤਾਂ ਹੁਣ ਜਿਹੜੀ ਇੰਨੀ ਵਰ੍ਹਿਆਂ ਤੋਂ, ਇੰਨੇ ਦਹਾਕਿਆਂ ਤੋਂ ਸਾਡੇ ਜੜ੍ਹਾਂ 'ਚ ਕੋਈ ਚੀਜ਼ ਬੈਠੀ ਵੀ ਹੈ, ਸਾਡੀ ਜ਼ਿੰਦਗੀ ਦਾ ਇੱਕ ਪਾਰਟ ਬਣ ਗਈ ਹੈਗੀ ਹੈ, ਸਾਡੇ ਸਮਾਜ ਦਾ ਇੱਕ ਹਿੱਸਾ ਬਣ ਗਈ ਹੈ। ਸ਼ਰਾਬ ਅੱਜ ਸਾਨੂੰ ਨਸ਼ਾ ਨਹੀਂ ਲੱਗਦਾ ਕਿਉਂਕਿ ਇਹ ਲੀਗਲਾਈਜ਼ ਹੈਗੀ ਹੈ। ਸਾਡੀਆਂ ਸਰਕਾਰਾਂ ਸਰਕਾਰੀ ਠੇਕੇ ਖੋਲ੍ਹਦੀਆਂ ਨੇ, ਸਾਨੂੰ ਓਪਰਾ ਨਹੀਂ ਲੱਗਦਾ। ਠੀਕ ਹੈ, ਸਾਨੂੰ ਚਿੱਟਾ ਓਪਰਾ ਲੱਗਦਾ ਹੈ ਕਿਉਂਕਿ ਉਹ ਲੀਗਲਾਈਜ਼ ਨਹੀਂ ਹੈਗੀ। ਔਰ ਉਹ ਖਤਰਨਾਕ ਨਸ਼ੇ ਵੀ ਹੈਗੇ ਨੇ, ਜਿਸ ਕਰਕੇ ਕਿੰਨੇ ਨੌਜਵਾਨ ਹੈ ਜਿਹੜੇ ਚਿੱਟੇ ਨਾਲ ਪੰਜਾਬ ਦੇ ਵਿੱਚ ਮੌਤ ਦੇ ਮੂੰਹ ਆ ਜਿਹੜੇ ਜਾ ਪਏ। ਇਹ ਐਡਾ ਸੌਖਾ ਕੰਮ ਨਹੀਂ ਹੈਗਾ ਆਤਿਸ਼। ਇਹਦੇ ਲਈ ਸਰਕਾਰਾਂ ਨੂੰ ਬਕਾਇਦਾ ਇੱਕ ਨਸ਼ਿਆਂ ਬਾਰੇ ਇੱਕ ਡਰਾਫਟ ਲੈ ਕੇ ਆਉਣਾ ਪਏਗਾ, ਇੱਕ ਪਾਲਿਸੀ ਬਣਾਏਗੀ, ਲੌਂਗ ਟਰਮ ਪਾਲਿਸੀ ਹੋਏਗੀ। ਪਹਿਲਾਂ ਨੂੰ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨਾ ਪਏਗਾ। ਜਿਹੜੇ ਖਤਰਨਾਕ ਨਸ਼ੇ ਹੈ
ਪਹਿਲਾਂ ਤਾਂ ਉੱਥੋਂ ਸ਼ੁਰੂਆਤ ਕਰਨੀ ਹੋਏਗੀ ਤੁਹਾਨੂੰ, ਕਿ ਤਾਂ ਕਿ ਲੋਕਾਂ ਦੀਆਂ ਜਿਹੜੀ ਜ਼ਿੰਦਗੀਆਂ ਨੇ ਉਹਨਾਂ ਨੂੰ ਬਚਾਇਆ ਜਾਵੇ। ਇਸ ਤਰ੍ਹਾਂ ਨਸ਼ਾ ਤਸਕਰ ਹੈ ਜਿਹੜੇ ਲਾ ਇਨਫੋਰਸਮੈਂਟ ਏਜੰਸੀਆਂ ਨੇ, ਹੁਣ ਕੀ ਹੁੰਦਾ ਕਿ ਜੋ ਨਸ਼ਿਆਂ ਵਾਲਾ ਕੋਈ ਤਸਕਰ ਫੜਿਆ ਜਾਂਦਾ ਹੈ ਉਹਨੂੰ ਪਰਚਾ ਦਰਜ ਕਰਕੇ ਅੰਦਰ ਭੇਜ ਦਿੱਤਾ ਜਾਂਦਾ ਹੈ, ਉਹਦੀ ਅੱਗੇ ਜੜ ਤੱਕ ਨਹੀਂ ਜਾਇਆ ਜਾਂਦਾ। ਸਰਕਾਰਾਂ ਦਾਅਵੇ ਤਾਂ ਕਰਦੀਆਂ ਨੇ, ਪੁਲਿਸ ਵੀ ਦਾਅਵੇ ਕਰਦੇ ਆ ਕਿ ਅਸੀਂ ਸਪਲਾਈ ਲਾਈਨ ਜਿਹੜੀ ਹੈਗੀ ਹੈ, ਚੇਨ ਹੈ, ਉਹਨੂੰ ਤੋੜਾਂਗੇ, ਪਰ ਉਹ ਕੀ ਹੁੰਦਾ, ਉਹ ਉੱਥੇ ਖੜੀ ਰਹਿੰਦੀ ਹੈਗੀ ਹੈ। ਇਸੇ ਕਰਕੇ ਤਸਕਰੀ ਕਦੇ ਵੀ ਪੰਜਾਬ ਦੇ ਵਿੱਚ ਹੈ ਜਿਹੜੀ ਰੁਕੀ ਨਹੀਂ। ਹਾਂ, ਕੰਟਰੋਲ ਜ਼ਰੂਰ ਹੋਈ ਹੈ, ਘਟੀ ਜ਼ਰੂਰ ਹੈ, ਪਰ ਆਪਾਂ ਕਹਿ ਦਈਏ ਕਿ ਬਿਲਕੁਲ ਖਤਮ ਹੋ ਗਈ ਹੋਵੇ, ਇਹ ਆਪਣੇ ਸਾਹਮਣੇ ਹੈ, ਉਹ ਹੁੰਦੀ ਨਹੀਂ। ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਏਗਾ। ਸਾਡੀ ਜਨਰੇਸ਼ਨ ਨਸ਼ਾ ਕਰ ਕਿਉਂ ਰਹੀ ਹੈ, ਜਾਂ ਮਾਡਰਨ ਸੋਸਾਇਟੀ ਕਿਉਂ ਨਸ਼ੇ 'ਤੇ ਲੱਗ ਰਹੀ ਹੈਗੀ ਆ, ਉਹਦੇ ਕਿਹੜੇ ਰੀਜ਼ਨ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ। ਇੱਕ ਨੌਜਵਾਨ ਅਸੀਂ ਕਹਿੰਦੇ ਕਿ ਤੂੰ ਨਸ਼ਾ ਨਹੀਂ ਕਰਨਾ, ਉਹ ਕਹਿੰਦਾ ਜੀ ਮੈਂ ਕੀ ਕਰਾਂ, ਮੈਂ ਗ੍ਰੈਜੂਏਟ ਵੀ ਹਾਂ, ਮੈਂ ਬੀਐਡ ਵੀ ਕੀਤੀ ਹੈ, ਮੇਰੇ ਕੋਲ ਆ ਡਿਗਰੀਆਂ ਵੀ ਨੇ, ਤਾਂ ਫਿਰ ਮੈਂ ਕੀ ਕਰਾਂ। ਉਹਨੂੰ ਸਾਨੂੰ ਅਲਟਰਨੇਟਿਵ ਤਾਂ ਦੇਣਾ ਪਏਗਾ। ਯੂਥ ਦੀ ਜਿਹੜੀ ਐਨਰਜੀ ਹੈਗੀ ਹੈ, ਯੂਥ ਜੋ ਇਕੱਠਾ ਹੁੰਦਾ, ਉਹੀ ਐਨਰਜੀ ਅੱਜ ਆਪਾਂ ਕਹਿੰਦੇ ਹਾਂ ਕਿ ਗੈਂਗਸਟਰਾਂ ਦੀ ਗੱਲ ਕਰਦੇ ਹਾਂ, ਉਹ ਵੀ ਇਹਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਅਸੀਂ ਯੂਥ ਦੀ ਐਨਰਜੀ ਨੂੰ ਇੱਕ ਪੋਜ਼ੀਟਿਵ ਵੇ ਦੇ ਵਿੱਚ ਲਾਉਣਾ ਹੁੰਦਾ ਹੈ, ਉਹਨੂੰ ਇੱਕ ਨਵੀਂ ਡਾਇਰੈਕਸ਼ਨ ਦੇਣੀ ਹੁੰਦੀ ਹੈ ਕਿ ਠੀਕ ਹੈ ਤੂੰ ਇਹ ਗਲਤ ਟਰੈਕ 'ਤੇ ਨਾ ਚੱਲ, ਇੱਧਰ ਜਾ। ਅਤੇ ਫਿਰ ਰਾਹ ਵੀ ਤਾਂ ਸਾਨੂੰ ਦਿਖਾਉਣਾ ਪਏਗਾ ਉਹਨਾਂ ਨੂੰ ਕਿ ਇੱਧਰ ਨਾ ਤੁਰੋ, ਇੱਧਰ ਤੁਰੋ। ਸਾਡੀਆਂ ਸਰਕਾਰਾਂ ਇੱਧਰਲੀ ਸਾਈਡ ਕੁਛ ਪੋਜ਼ੀਟਿਵ ਸਾਈਡ ਕਰਦੀਆਂ ਨਹੀਂ, ਅਤੇ ਦੂਸਰੇ ਪਾਸੇ ਅਸੀਂ ਕਹਿੰਦੇ ਕਿ ਰੋਕ ਲਿਓ, ਕਿਵੇਂ ਰੋਕਣਗੇ ਉਹ? ਬਿਲਕੁਲ। ਤਾਂ ਇਹ ਸਾਨੂੰ ਸਾਰੇ, ਇਹ ਨਹੀਂ ਇਕੱਲੀਆਂ ਸਰਕਾਰਾਂ ਹੀ ਕਰ ਪਾਉਣਗੀਆਂ, ਸਮੁੱਚੇ ਸਮਾਜ ਨੂੰ, ਸਾਨੂੰ ਲੋਕਾਂ ਨੂੰ, ਨੌਜਵਾਨਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਇੱਕ ਮਤਲਬ ਕਲੈਕਟਿਵ ਐਫਰਟਸ ਹੈ ਜਿਹੜੀ ਉਹ ਕਰਨੀ ਹੋਏਗੀ, ਤਾਂ ਹੀ ਰੁਕੇ। ਇਹਦੇ ਵਿੱਚ ਸਾਡੇ ਸਮਾਜ ਸ਼ਾਸਤਰੀ ਹੈ, ਉਹਨਾਂ ਦੀ ਇਨਵੋਲਵਮੈਂਟ ਹੋਏਗੀ। ਜਿਹੜੇ ਨਸ਼ੇ 'ਤੇ ਲੱਗ ਚੁੱਕੇ ਨੇ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਨੂੰ ਠੀਕ ਕਰਨਾ ਹੈਗਾ, ਕਿਵੇਂ ਮੁੜ ਉਹਨਾਂ ਦਾ ਵਸੇਵਾ ਕਰਨਾ ਹੈਗਾ, ਉੱਧਰ ਧਿਆਨ ਦੇਣਾ ਹੋਏਗਾ। ਉਹਨਾਂ ਨੂੰ ਮੁੱਖ ਧਾਰਾ 'ਚ ਕਿਵੇਂ ਸ਼ਾਮਲ ਕਰਨਾ ਹੈਗਾ, ਉਹਨਾਂ ਦੀ ਡਿਗਨਿਟੀ ਦਾ ਅਸੀਂ ਕਿਵੇਂ ਖਿਆਲ ਰੱਖਣਾ ਹੈ, ਇਹ ਚੀਜ਼ਾਂ ਦਾ ਕਰਨਾ ਹੈ। ਇਵੇਂ ਮਨੋਵਿਗਿਆਨੀ, ਉਹਨਾਂ ਦੇ ਮਨੋਵਿਗਿਆਨਿਕ ਕਾਰਨ ਕੀ ਨੇ, ਕਿਉਂ ਨਸ਼ਾ ਕਰਦੇ ਨੇ ਲੋਕ, ਉਹਨਾਂ ਕਾਰਨਾਂ ਦੀ ਸ਼ਨਾਖਤ ਕਰਕੇ ਉਹਨਾਂ ਦਾ ਇਲਾਜ ਕਰਨਾ ਹੋਏਗਾ। ਜੇ ਸੱਚਮੁੱਚ ਅਸੀਂ ਇੱਕ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਹਾਂ, ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਤਾਂ ਠੀਕ ਹੈ ਸਰਕਾਰਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ, ਪਰ ਲੌਂਗ ਟਰਮ ਪਾਲਿਸੀਆਂ ਹੋਣੀ ਚਾਹੀਦੀਆਂ ਜਿਹਦੇ ਨਾਲ ਤੰਦਰੁਸਤ ਸਮਾਜ ਬਣੇ, ਔਰ ਨਸ਼ਿਆਂ ਦਾ ਖਾਸ ਕਰਕੇ ਜਿਹੜਾ ਉੜਤਾ ਪੰਜਾਬ ਦਾ ਦਾਗ ਹੈ ਉਹ ਪੰਜਾਬ ਦੇ ਮੱਥੇ ਤੋਂ ਲੈਣਾ ਹੋਏਗਾ। ਇਹ ਭਗਵੰਤ ਮਾਨ ਲਈ ਇੱਕ ਵੱਡੀ ਚੁਣੌਤੀ ਹੋਏਗੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।